ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁਖ ਅਜਰਾਇ ਸ਼ਾਸਤਰ ਖਾਟੂ ਪਿੰਗ ਦਰਿੰਚਰ ਜਾਇ। ਅੰਧ ਦੇਖੈ ਬਜਰੋ ਸੁਣੈ ਜੋ ਕਾਰ ਕਿਰਪਾ ਕਰਾਈ। ਪਹਿਲਾ ਮਰਨ ਕਬੂਲ ਕਰ ਜੀਵਨ ਕੀ ਸਦ ਆਸ।
ਪਹਿਲਾ ਮਰਨ ਕਬੂਲ ਕਰ, जीवन की सदयासो सबना की रेणुका, तो आओ हमारे पास। सिर वट के तली दे होते आजाद, जो तो प्रेम खिलन का जाओ, सिर तर तली गली मुरियाओ। सिर वट के तली दे होते आजाद, जिलंगना प्रेम नी गली से तली दे होते सतगुरां दी साजी और नवाजी, गुरु प्यारी, गुरु सवारी, गुरु रूप साध संत जीओ प्रभावित पर बड़े साहिबजादे, छोटे साहिबजादे, पाक चारे साहिबजादे,
और माता गुजर कौर जी की लसानी याद दे विच कई रोज़ा तो जुड़ के सतगुरां दे पावन इतिहास के नाल जुड़ के अपने मन विरती के राही उस सीन नूं महसूस करते हो। सो आओ सब तो पहला चौड़ा तख्तां दे मालक जुगो जुग अटाल धन साहिब श्री गुरु ग्रंथ साहिब महाराज जी के चरणों च शीस झुकाउंदियां होया इको बारी कहण ते गज वज के बुलाओ जी फतेह आखो वाहिगुरु जी का खालसा वाहिगुरु जी की फतेह। सो साध संगत जी सो गुरु कलगीधर सच्चे पातशाह महाराज चमकौर दी गढ़ी विच जो आप संगतां ने सुनिया कि गरीबन वास सच्चे पातशाह तेई दिसंबर 1704 की रात नूं निकले हैं ते अपने नाल 5 प्यारों विचों 2 प्यारे भाई दया सिंह जी भाई धर्म सिंह जी इन्हां तो अलावा एक सिख भाई साहब भाई मान सिंह जी नूं नाल लिया। तुरन तो पहला भाई संगत जी ने शीस उत्तों अपनी जिहड़ी दस्तार है वो भाई संगत सिंह जी ने शीस उत्ते दस्तार सजाई है ते अपने वाली कलगी साध संगत जी वो भी भाई संगत सिंह जी के सिर ते सजा दी। आखो सतनाम। कृपालू दाता जी जदों चमकौर की गढ़ी विचों निकले तो चरणों में जोड़ा नहीं कोल थले नीला घोड़ा नहीं मेरी सच्ची सरकार ने कहा भाई दया सिंह भाई मान सिंह जी इस तारे की सेध ते मैनू मिले आपां वरत के इकट्ठे होवांगे। तिन्ने वख-वख सिख निकल गए हैं। कृपालू दाता जी तुरदे हुए मासीवाड़ा जिथे गुरुद्वारा चरण कमल है इथे कदी बाग सी ये बाग साध संगत जी भाई गुलाबे ते भाई पंजाबी दा लाइव कर ला लाइव ये गुरु घर दे मसंग सन। अज मेरे दादा कई दिन के थके हुए बाग विच गए अज इधर ककरीली पोह की रात है
ਕਿ ਗਰੀਬੀ ਦਾ ਭਾਵ ਹੈ ਸਾਧ ਸੰਗਤ ਜੀ ਧੁੰਦ ਨਾ ਹੋਵੇ, ਨਿਰਾ ਠੰਡੀ ਹਵਾ ਤੇ ਕੋਹਰਾ ਜੰਮਿਆ ਹੋਇਆ ਕੋ ਸਤਨਾਮ, ਉਹ ਠੰਡ ਦੀ ਰਾਤ ਹੈ। ਦੇਖੋ ਜਿਵੇਂ ਰਾਤਰੀ ਤੇ ਸਵੇਰੇ ਧੁੰਦ ਸੀ, ਠੰਡ ਥੋੜੀ ਘੱਟ ਲੱਗਦੀ ਸੀ ਸਰੀਰ ਨੂੰ, ਪਰ 2-3 ਦਿਨ ਸਾਧ ਸੰਗਤ ਜੀ ਧੁੰਦ ਨਹੀਂ ਸੀ ਤਾਂ ਹੱਥ ਪੈਰ ਸੁੰਨ ਹੁੰਦੇ ਸੀ। ਉਹਨੂੰ ਕਹਿੰਦੇ ਤਕਲੀਫ ਦੀ ਰਾਤ। ਸੋ ਸਾਧ ਸੰਗਤ ਜੀ, ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ, ਇਹ ਪਤਾ ਨਹੀਂ ਕਿ ਸਤਿਗੁਰਾਂ ਦੇ ਜੋਰਾਵਰ ਦੇ ਫਤਿਹ ਸਿੰਘ ਕਿੱਥੇ ਹੋਣਗੇ। ਮੇਰੀ ਬੁੱਢੜੀ ਮਾਂ ਕਿੱਥੇ ਹੋਵੇਗੀ। ਸਭ ਕੁਝ ਭੁਲਾ ਕੇ ਅੱਜ ਤਾਰਿਆਂ ਦੀ ਛਾਵੇਂ 2 ਪੁੱਤਰ ਕੁਰਬਾਨ ਕਰਕੇ ਉਸ ਪਿਆਰੇ ਨੂੰ ਮੁਖਾਤਬ ਕਰਕੇ ਇੱਕ ਰੱਬੀ ਗੀਤ ਗਾਇਆ। ਉਹ ਗੀਤ ਹੈ ਜਿਹੜਾ ਸਾਧ ਸੰਗਤ ਜੀ ਉਹ 10ਵੇਂ ਗ੍ਰੰਥ ਦੇ ਵਿੱਚ ਪਾਵਨ ਸ਼ਬਦ ਮੌਜੂਦ ਹੈ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧਵੇਂ ਨਰੋਗ ਰਜਾਈਆਂ ਦਾ ਓਧਮ, ਬਿੰਦ ਕਸਾਈਆਂ ਦਾ ਸਹਿਣਾ, ਜਾਰਡੇ ਦਾ ਸਾਨੂੰ ਸੱਥਰ ਚੰਗਾ ਪਾਠ ਖਿੜਿਆਂ ਦੇ ਰਹਿਣਾ। ਸੱਚੇ ਪਾਤਸ਼ਾਹ ਮਹਾਰਾਜ ਸਾਧ ਸੰਗਤ ਜੀ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ ਕਿ ਮੇਰੇ ਦਾਤੇ ਨੇ ਰੱਬ ਨੂੰ ਕੋਈ ਲਾਂਭਾ ਦਿੱਤਾ ਹੋਵੇ, ਕੋਈ ਉਲਾਂਭਾ ਨਹੀਂ। ਸ਼ਬਦ ਕਹੇ ਕਿ ਮੇਰੇ ਪਿਆਰੇ ਮਿੱਤਰ ਅਕਾਲ ਪੁਰਖ ਨੂੰ ਮੇਰਾ ਸੰਦੇਸ਼ਾ ਦੇ ਦਿਓ। ਸਿਆਲ ਦੀ ਕੰਕਰੀਲੀ ਰਾਤ ਹੈ, 4 ਸਫੇਰੇ ਲੋਕ ਆਪਣੇ ਘਰਾਂ ਵਿੱਚ ਰਜਾਈਆਂ ਦਾ ਨਿੱਘ ਪਏ ਮਾਰਦੇ ਨੇ। ਅੱਜ ਮੈਂ ਸੱਥਰ ਤੇ ਪਿਆ ਹਾਂ, ਸਰਾਣੇ ਮੈਂ ਟਿੰਡ ਨੂੰ ਰੱਖਿਆ ਹੈ, ਸੀਨੇ ਨਾਲ ਮੈਂ ਆਪਣੀ ਕਿਰਪਾਨ ਨੂੰ ਲਾਇਆ ਹੈ। ਮੇਰੇ ਪਿਆਰੇ ਮਿੱਤਰ ਨੂੰ ਕਹਿ ਦੇ ਕਿ ਮੈਂ ਪੁੱਤਰਾਂ ਦੇ ਜਾਣ ਤੋਂ ਬਾਅਦ ਸੱਥਰਾਂ ਦੇ ਸੌਂਗੇ ਟਿੰਡਾਂ ਦੇ ਸਰਾਣੇ ਬਣਾ ਕੇ ਮੈਂ ਤੇਰਾ ਸ਼ੁਕਰ ਕਰਾਂਗਾ। ਕੋ ਸਤਨਾਮ। ਤੇਰੇ ਬਾਝੋਂ ਮੇਰੇ ਮਾਲਕਾ ਨਿੱਘੀਆਂ ਰਜਾਈਆਂ ਰੋਗ ਨੇ, ਤੇਰੇ ਤੋਂ ਬਿਨਾਂ ਸੁਰਾਈਆਂ ਤੇ ਪਿਆਲੇ ਖੰਜਰ ਨੇ, ਤੇ ਤੇਰੇ ਤੋਂ ਬਿਨਾਂ ਜ਼ਿੰਦਗੀ ਜਿਉਣਾ ਕਸਾਈਆਂ ਦਾ ਵਿੰਗ ਸਹਿਣਾ ਹੈ। ਤੇ ਮੈਨੂੰ ਟਿੰਡ ਦਾ ਸਰਾਣਾ ਦੇ ਦੇਈ, ਮੈਨੂੰ ਤੂੰ ਸੱਥਰਾਂ ਦਾ ਵਿਛਾਉਣਾ ਦੇ ਦੇਈ, ਮੈਨੂੰ ਪੁੱਤਰਾਂ ਦੀਆਂ ਲਾਸ਼ਾਂ ਦੇਖਣ ਦੇ ਨਜ਼ਾਰੇ ਦੇ ਦੇਈ, ਮੈਨੂੰ ਭੁੱਖ ਤੇ ਪਿਆਸ ਦੇ ਦੇਈ, ਪਰ ਕਦੀ ਉਹ ਦਿਨ ਨਾ ਲੈ ਕੇ ਆਈ ਜਿਸ ਦਿਨ ਮੇਰੇ ਦਾਤਿਆ ਮੈਂ ਤੇਰੇ ਚਰਨਾਂ ਤੋਂ ਟੁੱਟ ਜਾਵਾਂ। ਕਹਿਣ ਲੱਗੇ ਉਹ ਜੀ ਹਾਲ ਮੁਰੀਦਾਂ ਦਾ ਕਹਿਣਾ, ਜੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ ਹਾਲ
ਬੋਲੋ ਭਾਈ ਬੋਲੋ। ਰਾਤ ਸੁੱਤੇ ਨੇ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਹਨ ਕਿ ਦਾਦੇ ਦੇ ਅੰਗੂਠੇ ਦੇ ਉੱਪਰ ਇੱਕ ਸੱਲਾ ਸੀ। ਗੁਰੂ ਸਵਾਰੇ ਜਦੋਂ ਸਤਿਗੁਰੂ ਜੀ ਤੀਰ ਚਲਾਉਂਦੇ ਸਨ ਤਾਂ ਉਸ ਸੱਲੇ ਨਾਲ ਤੀਰ ਦੀ ਨੋਕ ਨੂੰ ਪਿਛਲੇ ਪਾਸੇ ਫੜਨਾ ਤੇ ਉਸ ਸੱਲੇ ਵਿੱਚ ਹੀਰਿਆਂ ਦੀਆਂ ਕਣੀਆਂ ਚਮਕਦੀਆਂ ਸਨ। ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ ਤੇ ਪਿਆਰੇ ਭਾਈ ਮਾਨ ਸਿੰਘ ਤੁਰੇ ਜਾਂਦੇ ਨੇ। ਤਾਰਿਆਂ ਦੀ ਸੇਧ ਉੱਪਰ ਦੇਖਿਆ ਕਿ ਦੂਰੋਂ ਉਸ ਸੱਲੇ ਵਿੱਚੋਂ ਹੀਰੇ ਚਮਕੇ ਹਨ। ਜਦੋਂ ਹੀਰਿਆਂ ਦੀ ਚਮਕ ਦੇਖੀ ਤਾਂ ਪਿਆਰੇ ਭਾਈ ਦਇਆ ਸਿੰਘ ਕਹਿੰਦੇ ਹਨ ਕਿ ਇੰਜ ਲੱਗਦਾ ਹੈ ਕਿ ਕੋਈ ਸਰੀਰ ਟਿੰਡ ਦਾ ਸਰਾਣਾ ਕਰਕੇ ਪਿਆ ਹੈ। ਆਖੋ ਸਤਿਨਾਮ। ਜਿਹੜੇ ਸਤਿਗੁਰੂ ਜੀ ਕਦੇ ਮਖਮਲੀਆਂ ਗਦੈਲਿਆਂ ਤੇ ਸੋਇਆ ਕਰਦੇ ਸੀ,
ਪਤਾ ਨਹੀਂ ਕਿੰਨੇ ਕਿੰਨੇ ਪਹਿਰੇਦਾਰ ਸਤਿਗੁਰਾਂ ਦੇ ਚਾਰੇ ਪਾਸੇ ਫਿਰਦੇ ਹੋਣਗੇ। ਤੇ ਗੁਰੂ ਸਵਾਰਿਓ, ਨਾ ਸਿਰ ਤੇ ਤਾਜ ਹੈ, ਨਾ ਹੱਥ ਵਿੱਚ ਬਾਜ ਹੈ, ਨਾ ਘੋੜਾ ਹੈ। ਤੇ ਗੁਰੂ ਪਿਆਰੋ, ਇਹ ਨਾ ਸਤਿਗੁਰਾਂ ਨੇ ਕੀਮਤ ਦਿੱਤੀ ਸੀ। ਕਾਹਦੀ ਕੀਮਤ ਦਿੱਤੀ ਸੀ? ਜਦੋਂ ਗੁਰੂ ਸਵਾਰਿਓ ਕਲਗੀਧਰ ਦਾਤਾ ਜੀ ਨੇ ਪੰਜ ਪਿਆਰਿਆਂ ਦੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਭਾਵ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਚੋਣ ਕੀਤੀ ਸੀ। ਪੰਜਾਂ ਪਿਆਰਿਆਂ ਦੇ ਸਿਰ ਧੜ ਨਾਲੋਂ ਵੱਖਰੇ ਕਰ ਦਿੱਤੇ ਤੇ ਫਿਰ ਜੋੜ ਦਿੱਤੇ। ਉਪਰੰਤ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੀ ਪੌੜ ਤਿਆਰ ਕੀਤੀ ਤੇ ਪੰਜਾਂ ਪਿਆਰਿਆਂ ਨੂੰ ਛਕਾ ਕੇ ਸਿੰਘ ਬਣਾ ਦਿੱਤਾ। ਤੇ ਹੁਣ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਰੀ ਆਈ ਹੈ। ਸਤਿਗੁਰੂ ਕਲਗੀਧਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੋਡਿਆਂ ਪਾਰ ਹੋ ਕੇ ਗਲ ਦੇ ਵਿੱਚ ਪੱਲੂ ਪਾ ਕੇ ਮੇਰੇ ਗਰੀਬ ਨਿਵਾਜ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪੌਲ ਮੰਗ ਰਹੇ। ਆਖੋ ਸਤਿਨਾਮ। ਐ ਭਾਈ ਦਇਆ ਸਿੰਘ ਜੀ, ਮੈਨੂੰ ਵੀ ਖੰਡੇ ਬਾਟੇ ਦੀ ਪੌਲ ਪਿਲਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਆਖੋ ਸਤਿਨਾਮ। ਭਾਈ ਦਇਆ ਸਿੰਘ ਜੀ ਸਹਿਜ ਸੁਭਾਅ ਹੱਸ ਕੇ ਕਹਿੰਦੇ ਨੇ, ਮਹਾਰਾਜ ਇਹ ਖੰਡੇ ਬਾਟੇ ਦੀ ਪੌਲ ਦੇ ਬਦਲੇ ਕੀ ਦਿਓਗੇ? ਅਸਾਂ ਤਾਂ ਪੰਜਾਂ ਨੇ ਆਪੋ ਆਪਣੇ ਇਸ ਖੰਡੇ ਬਾਟੇ ਦੀ ਪੌਲ ਦੇ ਬਦਲੇ ਸੀਸ ਦਿੱਤੇ। ਸਤਿਗੁਰੂ ਜੀ ਤੁਸੀਂ ਕੀ ਦੋਗੇ? ਮਹਾਰਾਜ ਕਹਿਣ ਲੱਗੇ, ਭਾਈ ਦਇਆ ਸਿੰਘ ਜੀ ਮੇਰਾ ਵੀ ਸੀਸ ਹਾਜ਼ਰ ਹੈ। ਆਖੋ ਸਤਿਨਾਮ। ਤੇ ਗੁਰੂ ਪਿਆਰੋ ਇਤਿਹਾਸਕਾਰ ਲਿਖਦੇ ਆ, ਭਾਈ ਦਇਆ ਸਿੰਘ ਨੇ ਜੀ ਕਹਿਣ ਲੱਗੇ, ਮਹਾਰਾਜ ਅਸੀਂ ਤਾਂ ਤੁਹਾਡੇ ਦਰ ਤੇ ਭਿਖਾਰੀ ਹਾਂ, ਸਾਡੀ ਔਕਾਤ ਨਹੀਂ, ਪਰ ਤੂੰ ਦੇਣ ਵਾਲਾ ਬਹੁਤ ਹੈ। ਸਾਡੇ ਗੁਰੂ ਨੇ ਪੰਜ ਮੰਗੇ ਤੇ ਤੁਸੀਂ ਸਾਨੂੰ ਇੱਕ ਸਿਰ ਦਿਓਗੇ, ਇਹ ਕੀਮਤ ਨਹੀਂ। ਉੱਥੇ ਫਿਰ ਮਹਾਰਾਜ ਨੇ ਕਿਹਾ, ਭਾਈ ਦਇਆ ਸਿੰਘ ਜੀ ਲਓ ਜੀ, ਮੈਂ ਇਸ ਅੰਮ੍ਰਿਤ ਦੇ ਬਦਲੇ ਤੁਹਾਨੂੰ ਜੋ ਜੋ ਦੇ ਰਿਹਾ ਹੈ ਉਹ ਫਿਰ ਸਤਿਗੁਰਾਂ ਨੇ ਦਿੱਤਾ। ਕੀ ਦਿੱਤਾ? ਸਿਰ पे ना ताज होगा, खुस गया राज होगा, हाथ पे ना बाज होगा। ताज भी दे देता खालसे, राज भी खालसे नूं दे देता। राज करेगा खालसा, बाकी रहे ना। खुस गया राज होगा, राज भाग है। कहण दा भाव आनंदपुर साहब सतगुरां ने वो भी क्या इथों तक के अपना परिवार अपने पुत्र सतगुरु कलगीधर जी ने इस खंडे बाटे की पौध के बदले खालसे की झोली पा दिते। आखो सतनाम। ते साध संगत जी सारा कुछ कलगीधर ने आ खंडे बाटे के अमृत की कीमत चुकाई है। गुरु प्यारे ते सानू अमृत ये धन गुरु गोबिंद सिंह महाराज जी की कुर्बानी दिते तो उदा ही गुरु की कृपा नाल प्राप्त हो जाता। आखो सतनाम। ये गुरु ने कीमत उतारी है। गुरु प्यारे भाई दया सिंह सच्चे पातशाह महाराज ਨੂੰ ਦੇਖਿਆ कि सतगुरु जी के अंगूठे ਦੇ ਵਿੱਚ भाई अंगूठी तो पछाण की है। बाजा वाले धन गुरु गोबिंद सिंह महाराज ने
ਸਾਹਿਬ ਕਿਰਪਾਲੂ ਦੇ ਕੋਲ ਆਏ ਤਾਂ ਉਸ ਵੇਲੇ ਹਜੂਰ ਭਾਵੇਂ ਗੂੜੀ ਨੀਂਦ ਵਿੱਚ ਸਨ, ਪਰ ਸੁੱਤਿਆਂ ਵੀ ਪਿਆਰੇ ਦੀ ਯਾਦ ਵਿੱਚ ਜੁੜੇ ਹੋਏ ਕਿਰਪਾਲੂ ਦਾਦਾ ਜੀ ਦੇ ਚਰਨਾਂ ਵਿੱਚ ਛਾਲੇ ਸਨ। ਗੁਰੂ ਪਿਆਰੇ ਧੰਨ ਦਸ਼ਮੇਸ਼ ਜੀ ਦਾ ਜਾਮਾ ਝਾੜੀਆਂ ਨਾਲ ਅੜ ਕੇ ਲੀਰੋ ਲੀਰ ਹੋ ਚੁੱਕਾ ਸੀ ਤੇ ਪਿਆਰੇ ਭਾਈ ਦਇਆ ਸਿੰਘ ਕਹਿੰਦੇ ਹਨ ਕਿ ਆਵਾਜ਼ ਨਾ ਦਿਓ, ਅੱਜ ਮੇਰੇ ਸਾਈ ਨੂੰ ਰੱਜ ਕੇ ਨੀਂਦ ਮਾਨਣ ਦਿਓ। ਆਵਾਜ਼ ਨਾ ਦਿੱਤੀ, ਪਰ ਐਡੇ ਵੱਡੇ ਗੁਰਸਿੱਖ ਗਿਰੋਹ ਸਾਧ ਸੰਗਤ ਜੀ ਰਿਹਾ ਲੰਘਿਆ। ਕਲਗੀ ਵਾਲੇ ਦੇ ਚਰਨ ਫੜੇ, ਆਪਣੇ ਸੀਸ ਨੂੰ ਝੁਕਾਇਆ, ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ ਤੇ ਜਦੋਂ ਚਰਨਾਂ ਨੂੰ ਚੁੰਮਿਆ ਤਾਂ ਹਜੂਰ ਨੇ ਇੱਕੋ ਦਮ ਸ੍ਰੀ ਸਾਹਿਬ ਨੂੰ ਹੱਥ ਪਾਇਆ। ਕਹਿਣ ਲੱਗੇ ਕੌਣ ਹੈ? ਤੇ ਦੇਖਿਆ ਕਿ ਕੋਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਖਲੋਤੇ ਨੇ ਤੇ ਕਹਿੰਦੇ ਹਨ ਕਿ ਭਾਈ ਮਾਨ ਸਿੰਘ ਦੀਆਂ ਅੱਖਾਂ ਵਿੱਚ ਪਾਣੀ ਨਹੀਂ ਸੀ ਆਇਆ, ਪਰ ਕਲਗੀ ਵਾਲੇ ਦੀ ਇਸ ਹਾਲਤ ਨੂੰ ਦੇਖ ਕੇ ਮਾਨ ਸਿੰਘ ਦੀਆਂ ਅੱਖਾਂ ਨੀਰ ਨਾਲ ਛਲਕ ਆਈਆਂ ਤੇ ਮੇਰੇ ਦਾਦੇ ਨੇ ਇੱਕ ਨੂੰ ਘੁੱਟ ਕੇ ਗਲੇ ਨਾਲ ਲਾਇਆ, ਪਿਆਰ ਦਿੱਤਾ ਤੇ ਅਸੀਸਾਂ ਦਿੱਤੀਆਂ ਤੇ ਫਿਰ ਵੀ ਭਾਈ ਮਾਨ ਸਿੰਘ ਦੀ ਸਾਹ ਨਿਕਲੀ। ਗੁਰੂ ਪਿਆਰੋ ਤਾਹਾ ਮਾਰਦਾ ਕੀ ਕਹਿੰਦਾ ਹੈ, ਉਹ ਤੈਨੂੰ ਕੰਡਿਆ ਸੇ ਨੀਂਦ ਕਿਵੇਂ ਆਈ, ਸੇਜਾਂ ਤੇ ਸਾਨ ਵਾਲਿਆ Down
ਪਾਤਸ਼ਾਹ ਮਹਾਰਾਜ ਜੀ ਦੇ ਉਹ ਹਾਲਤ ਦੇ ਇੱਕ ਤਾਂ ਕੰਡੇ ਵੱਜ-ਵੱਜ ਸਤਿਗੁਰਾਂ ਦੇ ਪੈਰਾਂ ਦੇ ਵਿੱਚ ਛਾਲੇ ਹੋ ਗਏ, ਦੂਜਾ ਜੰਗਲ ਦੀਆਂ ਝਾੜੀਆਂ ਵਿੱਚ ਤੁਰਦਿਆਂ ਜਿੱਥੇ ਸਤਿਗੁਰਾਂ ਦਾ ਸਾਧ ਸੰਗਤ ਦੀ ਜਾਮਾ ਚੋਲਾ ਲੀਰੋ ਲੀਰ ਹੋਇਆ, ਉੱਥੇ ਹੀ ਕੰਡਿਆਂ ਦੀਆਂ ਝਰੀਟਾਂ ਸਤਿਗੁਰਾਂ ਦੇ ਤਨ ਤੇ ਵੀ ਵੱਜੀਆਂ ਨੇ। ਆਖੋ ਸਤਿਨਾਮ। ਤੇ ਸਾਧ ਸੰਗਤ ਜੀ, ਸਤਿਗੁਰਾਂ ਦੇ ਲੱਤਾਂ ਦੇ ਵਿੱਚੋਂ, ਸਤਿਗੁਰਾਂ ਦੇ ਪੈਰਾਂ ਦੇ ਵਿੱਚੋਂ ਖੂਨ ਰਿਸਦਾ ਹੈ। ਤੇ ਗੁਰੂ ਸਵਾਰਿਓ, ਭਾਈ ਮਾਨ ਸਿੰਘ ਜੀ ਉੱਚੀ ਉੱਚੀ ਤਾਹਾਂ ਮਾਰਦਾ, ਸਤਿਗੁਰਾਂ ਨੇ ਗੱਲ ਬੱਕਰੀ ਦੇ ਵਿੱਚ ਲੈ ਲਿਆ। ਆਖੋ ਸਤਿਨਾਮ। ਮਹਾਰਾਜ ਕਹਿੰਦੇ ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਿਣਾ, ਤੁਧ ਬਿਨ ਰੋਕ ਰਜਾਈਆਂ ਦਾ ਉਠਣ। ਇਹ ਵਚਨ ਸਤਿਗੁਰੂ ਜੀ ਦੁਬਾਰਾ ਕਹਿੰਦੇ, ਭਾਈ ਮਾਨਸੇ ਮੈਨੂੰ ਅੱਜ ਇਹੋ ਜਿਹੀ ਨੀਂਦ ਆਈ ਹੈ, ਕਦੇ ਮਖਮਲੀ ਸੈਜਾਂ ਤੇ ਬਹਿ ਕੇ ਨਹੀਂ ਆਈ। ਆਖੋ ਸਤਿਨਾਮ। ਜਿਹੜੀ ਅੱਜ ਮਿਲੀ ਗੁਰੂ ਸਵਾਰਿਓ, ਆਪਾਂ ਨੂੰ ਵੀ ਨੀਂਦ ਜਾਂ ਤਾਂ ਖੁਸ਼ੀ ਵੇਲੇ ਤੇ ਜਾਂ ਜਦੋਂ ਭਾਰ ਤੋਂ ਬਹੁਤਾ ਵੱਡਾ ਸਿਰ ਤੋਂ ਕਰਜ਼ਾ ਲੈ ਜੇ ਉਦੋਂ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ, ਭਾਈ ਮੈਂ ਸਿੱਖ ਕੌਮ ਦਾ ਅੱਧਾ ਕੋ ਕਰਜ਼ਾ ਲਾ ਦਿੱਤਾ, ਹੁਣ ਤਾਂ ਥੋੜਾ ਹੀ ਰਹਿ ਗਿਆ, ਹੁਣ ਸੁੱਖ ਦੀ ਨੀਂਦ ਆਈ। ਆਖੋ ਸਤਿਨਾਮ। ਉਹ ਕਰਜ਼ਾ ਕਾਹਦਾ ਸੀ ਭਾਈ? ਖੰਡੇ ਵਾਟੇ ਦੀ ਪੌਲ ਦਾ। ਆਖੋ ਸਤਿਨਾਮ। ਸਾਥੋਂ ਤਾਂ ਸਤਿਗੁਰਾਂ ਨੇ ਗੁਰੂ ਪਿਆਰਿਓ ਮਾਫ ਕਰਨਾ ਕਰਜ਼ਾ ਮੰਗਿਆ ਹੀ ਨਹੀਂ। ਸਤਿਗੁਰਾਂ ਨੇ ਤਾਂ ਪੂਰਨੇ ਪਾ ਦਿੱਤੇ ਸੀ। ਜੇ ਇਦਾਂ ਹੀ ਜਿਵੇਂ ਸਤਿਗੁਰਾਂ ਨੇ ਖੰਡੇ ਵਾਟੇ ਦੀ ਪੌਲ ਗੁਰੂ ਪਿਆਰਿਓ ਪੰਜਾਂ ਪਿਆਰਿਆਂ ਕੋਲੋਂ ਪ੍ਰਾਪਤ ਕੀਤੀ ਹੈ, ਜੇ ਉਵੇਂ ਖੰਡੇ ਵਾਟੇ ਦੀ ਪੌਲ ਪ੍ਰਾਪਤ ਕਰਨੀ ਹੋਵੇ, ਮੈਨੂੰ ਲੱਗਦਾ ਕਿਸੇ ਨੇ ਗੁਰਦੁਆਰੇ 'ਚ ਪੈਰ ਹੀ ਨਹੀਂ ਧਰਨਾ। ਆਖੋ ਸਤਿਨਾਮ। ਆਖੜੀਆਂ ਤਾਂ ਵੱਢ ਦੇਣਗੇ, ਇਹ ਤਾਂ ਸਿਰ ਮੰਗਣ ਦੀ ਗੱਲ ਹੈ। ਪਰ ਗੁਰੂ ਸਾਹਿਬ ਜੀ ਨੇ ਰਹਿੰਦੀ ਦੁਨੀਆ ਤੱਕ ਖੰਡੇ ਵਾਟੇ ਦੀ ਪੌਲ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਕੇ ਲਈ। ਆਖੋ ਸਤਿਨਾਮ। ਕਹਿਣ ਦਾ ਭਾਵ, ਸਾਨੂੰ ਖੰਡੇ ਵਾਟੇ ਦੀ ਪੌਲ ਸਤਿਗੁਰਾਂ ਨੇ ਮੁੱਲ ਦੇ ਕੇ ਲੈ ਕੇ ਦਿੱਤੀ ਹੈ। ਗੁਰੂ ਪਿਆਰਿਓ, ਮੁੱਲ ਇਹ ਕੋਈ ਐਵੇਂ ਨਹੀਂ ਮਿਲ ਗਿਆ, ਬਹੁਤ ਵੱਡੀ ਕੀਮਤ ਸਤਿਗੁਰਾਂ ਨੇ ਇਸ ਖੰਡੇ ਵਾਟੇ ਦੀ ਪੌਲ ਦੀ ਪ੍ਰਾਪਤ ਕੀਤੀ ਹੈ। ਮਹਾਰਾਜ ਕਹਿੰਦੇ, ਭਾਈ ਸਾਨੂੰ ਨੀਂਦ ਆਉਣੀ ਹੈ, ਮੇਰੇ ਸਿਰ ਤੋਂ ਅੱਧਾ ਬੋਝ ਹੈ, ਅੱਧਾ ਜਿਹੜਾ ਕਰਜ਼ਾ ਹੈ ਉਹ ਮੈਂ ਉਤਾਰ ਦਿੱਤਾ। ਆਖੋ ਸਤਿਨਾਮ। ਤੇ ਗੁਰੂ ਸਵਾਰਿਓ, ਹੁਣ ਕਹਿੰਦੇ ਅੱਧਾ ਕੋ ਰਹਿ ਗਿਆ ਹੈ। ਮਹਾਰਾਜ ਨੇ ਜਿੱਥੇ ਭਾਈ ਦਇਆ ਸਿੰਘ, ਜਿੱਥੇ ਭਾਈ ਮਾਨ ਸਿੰਘ ਦੇ ਧਰਮ, ਤਿੰਨਾਂ ਨੂੰ ਕਲਾਵੇ ਵਿੱਚ ਲੈ, ਕੋਈ ਨਹੀਂ ਭਾਈ, ਭਾਣਾ ਪਰਮੇਸ਼ਰ ਦਾ। ਕਹਿੰਦੇ ਨੇ ਕਿ ਭਾਈ ਮਾਨ ਸਿੰਘ ਨੇ, ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਦੀ ਹਾਲਤ ਦੇਖੀ ਤੇ ਸਤਿਗੁਰੂ ਜੀ ਦੇ ਨਾਲ ਗੁਰੂ ਪਿਆਰਿਓ ਠੰਡ ਦੇ ਨਾਲ ਜਿੱਥੇ ਹੱਥਾਂ ਪੈਰਾਂ ਨੂੰ ਠੰਡ ਚੜੀ ਹੈ,
ਸਰੀਰ ਛਾਲੇ ਛਾਲੇ ਹੋਇਆ ਪਿਆ ਸਤਿਗੁਰਾਂ ਦਾ ਚਰਨਾਂ ਵਾਲੇ ਪਾਸਿਓਂ। ਉੱਥੇ ਹੀ ਸਤਿਗੁਰਾਂ ਦੇ ਮੁਖ ਦੇ ਵੀ ਕਹਿਣ ਦਾ ਭਾਵ ਸਤਿਗੁਰਾਂ ਦੇ ਬੁੱਲਾਂ ਦੇ ਵੀ ਸਿੱਕਰੀ ਆਈ ਪਈ। ਆਖੋ ਸਤਿਨਾਮ। ਮਹਾਰਾਜ ਕੀ ਸੇਵਾ ਕਰੀ? ਕਹਿੰਦੇ ਭਾਈ ਸੇਵਾ ਇੰਨੀ ਕੋ ਕਰਦੇ, ਕਹਿੰਦੇ ਸਾਨੂੰ ਪਿਆਸ ਲੱਗੀ ਹੈ, ਕਿਤੇ ਪਾਣੀ ਦਾ ਪ੍ਰਬੰਧ ਹੋ ਸਕਦਾ ਹੈ? ਤੇ ਸਾਧ ਸੰਗਤ ਜੀ ਭਾਈ ਵੀਰ ਸਿੰਘ ਜੀ ਲਿਖਦੇ ਹਨ, ਬੱਚੇ ਭਾਈ ਬੋਲਦੇ ਥੋੜਾ ਜਿਹਾ ਇਹਨਾਂ ਚੁੱਪ ਕਰਾ ਬੇਨਤੀ ਹੈ ਭਾਈ ਸੁਣਿਓ। ਆ ਜਿਹੜੀ ਬਾਤ ਹੈ ਨਾ ਇਤਿਹਾਸਕ, ਇਮੋਸ਼ਨਾਂ ਨੂੰ ਕੰਟਰੋਲ ਕਰਕੇ ਪਤਾ ਨਹੀਂ ਕਿਵੇਂ ਸੁਣਾ ਰਹੇ ਆ, ਭਾਅ ਨਿਕਲਦੀ ਹੈ ਸੁਣਾਉਣ ਲੱਗਿਆ। ਇਹ ਧੰਨ ਦਸ਼ਮੇਸ਼ ਪਿਤਾ ਦਾ ਮਾਸੀ ਵਾਲੇ ਦਾ ਸੀਨ ਹੈ ਗੁਰੂ ਸੁਬਾਰਿਓ। ਅੱਖਾਂ ਬੰਦ ਕਰਕੇ ਉੱਥੇ ਸੁਰਤ ਲਿਜਾਓ ਜਿੱਥੇ ਭਾਈ ਮਾਨ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ ਖੜੇ ਨੇ। ਆਪਣੇ ਮਨ ਦੀਆਂ ਅੱਖਾਂ ਨਾਲੋਂ ਮਹਿਸੂਸ ਕਰੋ ਸਤਿਗੁਰਾਂ ਨੂੰ। ਇੱਥੇ ਇੱਕ ਕੰਡਾ ਅੱਡੀ ਦੇ ਪੈਰ ਦੇ ਵਿੱਚ ਵੱਜੇ, ਸਾਡਾ ਪੈਰ ਨਹੀਂ ਲੱਗਦਾ ਗੁਰੂ ਪਿਆਰੇ। ਤੇ ਸਤਿਗੁਰਾਂ ਦੇ ਪਤਾ ਨਹੀਂ ਕਿੰਨੇ ਕੋ ਕੰਡੇ ਵੱਜੇ ਹੋਣਗੇ। ਆਖੋ ਸਤਨਾਮ। ਉਹ ਮਹਿਸੂਸ ਕਰੋ, ਉਹ ਸੀਨ ਮਹਿਸੂਸ ਕਰੋ ਸਤਿਗੁਰਾਂ ਦਾ। ਦੇਖੋ ਇਤਿਹਾਸ ਨੂੰ ਸੁਣਨ ਮਾਤਰ ਨਾਲੋਂ ਸੁਣ ਕੇ ਆਪਣੀ ਸੁਰਤ ਦੇ ਜ਼ਰੀਏ ਉਹ ਜਿਹੜਾ ਦ੍ਰਿਸ਼ ਹੈ ਨਾ ਉਹ ਸਾਹਮਣੇ ਅੱਖਾਂ ਦੇ ਲਿਆਉਣ ਦਾ ਯਤਨ ਕਰੋ। ਮਹਾਰਾਜ ਕਹਿੰਦੇ ਭਾਈ ਪਿਆਸ ਲੱਗੀ ਹੈ, ਜਲ ਲੈ ਕੇ ਆਓ। ਤੇ ਸਾਧ ਸੰਗਤ ਜੀ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਮੋਢੇ ਉੱਪਰ ਚੁੱਕਿਆ ਭਾਈ ਮਾਨ ਸਿੰਘ ਨੇ ਤੇ ਖੂਹ ਤੇ ਕੋਲ ਲੈ ਗਈ। ਟਿੰਡ ਦੇ ਨਾਲ ਪਾਣੀ ਬਾਹਰ ਕੱਢਿਆ। ਉਸ ਵੇਲੇ ਪਿਆਰੇ ਭਾਈ ਦਇਆ ਸਿੰਘ ਨੇ ਆਪਣੇ ਹੱਥਾਂ ਦੇ ਨਾਲ ਜਲ ਸਕਾਇਆ, ਪਰ ਜ਼ੁਬਾਨ ਤੋਂ ਕੁਝ ਨਹੀਂ ਬੋਲੇ। ਹਜ਼ੂਰ ਨੇ ਕਿਹਾ ਭਾਈ ਦਇਆ ਸਿੰਘ ਅੱਜ ਅਸੀਂ ਟਿਕ ਕੇ ਬਾਣੀ ਸੁਣਾਂਗੇ ਤੇ ਤੁਸੀਂ ਸਾਰਾ ਨਿਤਨੇਮ ਸਾਨੂੰ ਆਪਣੀ ਰਸਨਾ ਤੋਂ ਸੁਣਾਉਣਾ ਹੈ। ਚੌਂਕੜਾ ਮਾਰ ਕੇ ਬਾਗ ਵਿੱਚ ਸਤਿਗੁਰੂ ਜੀ ਬੈਠ ਗਏ। ਸਤਿਗੁਰੂ ਜੀ ਚੌਂਕੜਾ ਮਾਰ ਕੇ ਬੈਠੇ ਤੇ ਭਾਈ ਦਇਆ ਸਿੰਘ ਜੀ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਕਲਗੀ ਵਾਲੇ ਸਰੂਰ ਵਿੱਚ ਆਏ। ਹਜ਼ੂਰ ਕਿਰਪਾਲੂ ਨੇ ਬਾਣੀ ਸੁਣੀ। ਇੱਥੇ ਗੁਲਾਬੇ ਦਾ ਨੌਕਰ ਆਇਆ ਹੈ। ਉਸਨੇ ਦੇਖਿਆ ਕਿ ਬਾਗ ਵਿੱਚ 4 ਜਣੇ ਬੈਠੇ ਨੇ। ਘਰ ਗਿਆ ਤੇ ਦੱਸਿਆ ਕਿ ਅੱਜ ਬਾਗ ਵਿੱਚ 4 ਸਰੀਰ ਆਏ ਨੇ। ਉਹਨਾਂ ਵਿੱਚੋਂ ਇੱਕ ਤਾਂ ਤਨ ਦੇ ਕੱਪੜੇ ਵੀ ਲੀਰੋ ਲੀਰ ਕਰੀ ਫਿਰਦਾ। ਕਹਿਣ ਦਾ ਭਾਵ ਕਿ ਇੱਕ ਦੇ ਤਾਂ ਤਨ ਦੇ ਲੀੜੇ ਵੀ ਕਹਿੰਦੇ ਕੱਪੜੇ ਵੀ ਲੀਰੋ ਲੀਰ ਹੋਏ ਪਏ ਨੇ। ਆਖੋ ਸਤਨਾਮ। ਆਪਣੇ ਕਿੰਨਾ ਕੁਛ ਪਾਇਆ ਹੈ, ਕੋਟੀ ਪਾਈ ਹੈ, ਸਵਾਟਰ ਪਾਇਆ, ਕਮੀਜ਼ ਪਾਇਆ, ਅੰਦਰ ਵੀ ਹੋਰ ਮੋਟੇ ਕੱਪੜੇ ਪਾਏ ਹੈ। ਤੇ ਕਲਗੀਧਰ ਸੱਚੇ ਪਾਤਸ਼ਾਹ ਦੇ ਇੱਕੋ ਹੀ ਚੋਲਾ ਹੈ ਕਿ ਉਹ ਵੀ ਲੀਰੋ ਲੀਰ ਹੋ ਗਿਆ। ਆਖੋ ਸਤਨਾਮ। ਤੇ ਉਹਨਾਂ ਦੇ ਪੈਰਾਂ ਵਿੱਚ ਛਾਲੇ ਨੇ। ਉਹ ਘਰੇ ਆ ਕੇ ਦੱਸਦਾ ਹੈ, ਜਦੋਂ ਨੌਕਰ ਨੇ ਦੱਸਿਆ ਤਾਂ ਗੁਲਾਬਾ ਤੇ ਪੰਜਾਬਾ ਆਏ। ਦੇਖਿਆ ਕਿ ਇਹ ਤਾਂ ਕਲਗੀ ਵਾਲਾ ਦਾਦਾ ਹੈ। ਆ ਕੇ ਨਮਸਕਾਰ ਕੀਤੀ। ਇੰਨੀ ਦੇਰ ਨੂੰ ਇੱਕ ਘਰੋਂ ਗਿਆ। ਸਿਆਲ ਦੇ ਦਿਨ ਸਨ। ਦੁੱਧ ਵਿੱਚ ਛੁਹਾਰੇ ਪਾ ਕੇ ਦੁੱਧ ਗਰਮ ਕਰਕੇ ਲਿਆਇਆ ਤੇ ਕਿਰਪਾਲੂ ਦਾਦਾ ਜੀ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕ ਕੇ ਸੱਚੀ ਸਰਕਾਰ ਜੀ ਇਹਨੂੰ ਆਪ ਜੀ ਛਕੋ। ਹਜ਼ੂਰ ਨੇ ਛਕਿਆ, ਤਿੰਨਾਂ ਸਿੰਘਾਂ ਨੇ ਛਕਿਆ।
ਸਾਰਾ ਦਿਨ ਉਸ ਬਾਗ ਵਿੱਚ ਬਤੀਤ ਕੀਤਾ। ਸ਼ਾਮ ਦਾ ਵੇਲਾ ਹੋਇਆ ਹੈ ਤਾਂ ਗੁਲਾਬੇ ਨੇ ਕਿਹਾ, ਸੱਚੀ ਸਰਕਾਰ ਜੀ, ਤੁਸੀਂ ਸਾਡੇ ਘਰ ਚੱਲੋ। ਤੁਹਾਡੀਆਂ ਦਿੱਤੀਆਂ ਦਾਤਾਂ ਵਿੱਚੋਂ ਚੁਬਾਰੇ ਨੇ, ਉੱਚੇ ਮਹਿਲ ਨੇ, ਤੁਸੀਂ ਘਰ ਵਿੱਚ ਬਸੇਰਾ ਕਰੋ। ਸਾਹਿਬ ਕਹਿਣ ਲੱਗੇ, ਗੁਲਾਬਿਆ ਦੇਖ, ਸਾਨੂੰ ਘਰ ਵਿੱਚ ਲਿਜਾਓਗੇ ਤਾਂ ਹੋ ਸਕਦਾ ਹੈ ਤੁਹਾਨੂੰ ਮੁਸ਼ਕਲ ਹੋਵੇ। ਅਸੀਂ ਰਾਤ ਇਸੇ ਬਾਗ ਵਿੱਚ ਰਹਾਂਗੇ। ਸਵੇਰੇ ਦਿਨ ਚੜ੍ਹੇਗਾ ਤਾਂ ਜਿਸ ਪਾਸੇ ਸਾਨੂੰ ਰਸਤਾ ਮਿਲੇਗਾ ਅਸੀਂ ਚਲੇ ਜਾਣਾ ਹੈ। ਤੇ ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਭਾਈ, ਮੈਂ ਇੱਕ ਗੱਲ ਤੈਨੂੰ ਦੱਸਾਂ ਕਿ ਜੇ ਤੂੰ ਕਹਿੰਦਾ ਹੈ ਤਾਂ ਤੇਰੇ ਘਰ ਜਾਵਾਂਗੇ ਜ਼ਰੂਰ, ਪਰ ਸਿਦਕ ਨੂੰ ਡੋਲਣ ਨਹੀਂ। ਆਖੋ ਸਤਨਾਮ। ਹੁਣ ਭਾਈ ਗੁਲਾਬਾ ਤੇ ਭਾਈ ਪੰਜਾਬਾ ਹਜ਼ੂਰ ਨੂੰ ਘਰ ਲੈ ਗਏ, ਚੁਬਾਰੇ ਵਿੱਚ ਨਿਵਾਸ ਦਿੱਤਾ। ਸ਼ਾਮ ਵੇਲੇ ਪਾਤਸ਼ਾਹ ਗਏ, ਆਵਾਜ਼ ਦਿੱਤੀ, ਗੁਲਾਬੇ ਤੈਨੂੰ ਪਤਾ ਹੈ ਮੈਂ ਮਾਸੀ ਵਾਲੇ ਕਿਉਂ ਆਇਆ ਹਾਂ? ਪੁੱਛਿਆ, ਸੱਚੀ ਸਰਕਾਰ ਕਿਉਂ? ਤੇ ਇਹ ਡਾਕਟਰ ਬਲਵੀਰ ਸਿੰਘ ਨੇ ਲੰਮੀ ਨਜ਼ਰ ਵਿੱਚ ਲਿਖਿਆ ਕਿ ਕਹਿੰਦੇ ਨੇ, ਸਤਿਗੁਰੂ ਜੀ, ਇੱਥੇ ਇੱਕ ਨਿਹਾਲਾ ਖੱਤਰੀ ਹੈ, ਉਸ ਦੀ ਮਾਂ ਦਾ ਨਾਮ ਗੁਰਦਈ ਹੈ। ਉਸ ਦੀ ਬੁਢੇਪੇ ਵਿੱਚ ਨਜ਼ਰ ਕਮਜ਼ੋਰ ਸੀ ਤੇ ਉਸਨੇ ਆਪਣੇ ਹੱਥਾਂ ਨਾਲ ਸੂਤ ਕੱਤਿਆ ਹੈ। ਸੂਤ ਕੱਟ ਕੇ ਉਸਨੇ ਇੱਕ ਵਸਤਰ ਬਣਾਇਆ ਹੈ। ਸੱਚ ਜਾਣੀ ਉਹ ਅਰਦਾਸਾਂ ਕਰਦੀ ਸੀ, ਦਾਤਾ ਕੀ ਅਰਦਾਸਾਂ ਕਰਦੀ ਸੀ? ਪੜ੍ਹਿਓ ਪ੍ਰੇਮ ਦੇ ਨਾਲ। ਉਹ ਕਹਿੰਦੇ, ਸਾਡੀ ਵੀ ਕੁਲੀ ਨੂੰ ਪਾਗਲਾ ਜਾ, ਉਹ ਕਹਿੰਦੇ ਸਾਡੀ ਵੀ ਕੁਲੀ ਨੂੰ ਪਾਗਲਾ ਜਾ, ਮਹਿਲਾਂ ਵਿੱਚ ਰਹਿਣ ਵਾਲਿਆ, ਸਾਡੀ ਵੀ ਕੁਲੀ ਨੂੰ ਪਾਗਲਾ ਜਾ, ਮਹਿਲਾਂ ਵਿੱਚ Jaya